ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰ ਕੇ ਗੋਲੇ। ਮੈਂ ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ। ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ ਅਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ। ਪੁੱਤਰ ਮਿੱਤਰ ਬਿਲਾਸ ਬਨਤਾ ਟੂਟਤੇ ਏ ਨੇਹ।
ਜਿਨੀ ਨਾਮ ਵਿਸਾਰਿਆ, ਸੇ ਹੋਤ ਦੇਖੇ ਖੇਹ। ਪੁੱਤਰ ਮਿੱਤਰ ਬਿਲਾਸ ਬਨਤਾ, ਟੂਟਤੇ ਏ ਨੇਹ। ਮੇਰੇ ਮਨ ਨਾਮ ਨਿਤ ਨਿਤ ਲੇਹ, ਜਲਤ ਨਾਹੀ ਅਗਨ ਸਾਗਰ। ਸੂਖ ਮਨ ਤਨ ਦੇਹ ਰਹਾਉ, ਬਿਰਖ ਛਾਇਆ ਜੈਸੇ ਬਿਨਸਤ। ਪਵਨ ਝੂਲਤ ਮੇਹ, ਹਰ ਭਗਤ ਦ੍ਰਿੜ ਮਿਲ ਸਾਧ ਨਾਨਕ। ਤੇਰੇ ਕਾਮ ਆਵਤ ਏਹ, ਬਿਰਖ ਛਾਇਆ ਜੈਸੇ ਬਿਨਸਤ। ਪਵਨ ਝੂਲਤ ਮੇਹ, ਹਰ ਭਗਤ ਦ੍ਰਿੜ ਮਿਲ ਸਾਧ ਨਾਨਕ। ਤੇਰਾ ਕਾਮ ਆਵਤ ਏਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ, ਸਰਬ ਸਾਂਝੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਹੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਜਿਨੀ ਨਾਮ ਵਿਸਾਰਿਆ, ਸੇ ਹੋਤ ਦੇਖੇ ਖੇਹ। ਪੁੱਤਰ ਮਿੱਤਰ ਬਿਲਾਸ ਬਨਤਾ, ਟੂਟਤੇ ਏ ਨੇਹ। ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ
ਧਰਨ ਗਗਨ ਨਵਖੰਡ ਮਹਿ, ਜੋਤ ਸਰੂਪੀ ਰਹਿਓ ਭਾਰ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਾਰੂ ਰਾਗ ਦੇ ਵਿੱਚ 1006 ਅੰਕ ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਗੁਰੂ ਸਾਹਿਬਾਨ ਜੀ ਨਾਮ ਤੋਂ ਹੀਣੇ ਪੁਰਸ਼ਾਂ ਦੀ ਗੱਲ ਕਰਦੇ ਨੇ ਕਿ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਪ੍ਰਭੂ ਦੇ ਗੁਣਾਂ ਦਾ ਗੈਣ ਨਹੀਂ ਕੀਤਾ, ਉਸ ਮਾਲਕ ਦਾ ਸ਼ੁਕਰ ਨਹੀਂ ਕੀਤਾ ਤੇ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਐਸਾ ਖਚਤ ਹੋ ਗਿਆ ਕਿ ਜਿਵੇਂ ਸਦੀਵੀ ਕਾਲ ਦੇ ਲਈ ਆਪਣੇ ਪਰਿਵਾਰ ਦੇ ਨਾਲ ਰਹਿਣਾ ਹੋਵੇ। ਪਰ ਸਤਿਗੁਰੂ ਕਹਿੰਦੇ ਇਹੋ ਜਿਹਾ ਸਮਾਂ ਵੀ ਆਉਂਦਾ ਹੈ ਕਿ ਹੌਲੀ ਹੌਲੀ ਪੁੱਤਰ ਧੀਆਂ, ਮਾਤਾ ਪਿਤਾ ਇਤਿਆਦਿਕ ਭੈਣ ਭਰਾ ਹੌਲੀ ਹੌਲੀ ਸਾਥ ਛੱਡਦੇ ਜਾਂਦੇ ਨੇ। ਕਹਿੰਦੇ ਇਸ ਕਰਕੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਜੀਵ ਤੂੰ ਪਦਾਰਥਵਾਦੀ ਸੋਚ ਵਾਲਾ ਹੋਣ ਕਰਕੇ ਪਦਾਰਥਾਂ ਨਾਲ ਮੋਹ ਪਾਉਂਦਾ ਹੈ ਤੇ ਜਿਸ ਕਰਤੇ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਸ ਕਰਤੇ ਵਾਹਿਗੁਰੂ ਨੂੰ ਤੈਂ ਵਿਸਾਰਿਆ ਹੋਇਆ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਸ ਨੇ ਵੀ ਸੰਸਾਰ ਵਿੱਚ ਆ ਕੇ ਨਾਮ ਵਿਸਾਰਨਾ ਕੀਤਾ ਨਾ, ਸੇ ਹੋਤ ਦੇਖੇ ਖੇਹ। ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ। ਖੇਹ ਦਾ ਅਰਥ ਹੈ ਮਿੱਟੀ। ਉਹ ਖੇਹ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਹਨਾਂ ਦਾ ਨਾਮੋ ਨਿਸ਼ਾਨ ਸੰਸਾਰ ਵਿੱਚ ਮਿਟ ਜਾਂਦਾ ਹੈ। ਕੁਦਰਤੀ ਤੌਰ 'ਤੇ ਆਪਾਂ ਵਿਚਾਰ ਕੇ ਦੇਖੀਏ, ਜਿਸ ਮਨੁੱਖ ਨੇ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ, ਪਰ ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦਾ ਨਾਮ ਦੁਨੀਆ ਦੀ ਲੋਕਾਂ ਦੀ ਜ਼ੁਬਾਨ ਉੱਤੇ ਹੀ ਹੈ। ਲੋਕ ਉਹਨਾਂ ਦੇ ਨਾਮ ਨੂੰ ਜਾਣਦੇ ਨੇ, ਪਰ ਇੱਕ ਐਸੇ ਜਿਹੜਾ ਕਦੇ ਨਾਮ ਨਹੀਂ ਜਪਿਆ, ਚੰਗਾ ਕੰਮ ਨਹੀਂ ਕੀਤਾ, ਹੌਲੀ ਹੌਲੀ ਹਾਲਾਤ ਇਹੋ ਜਿਹੇ ਬਣਦੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਵੀ ਭੁੱਲ ਜਾਂਦਾ ਹੈ। ਜਿਹਨੂੰ ਮਰਨ ਤੋਂ ਬਾਅਦ ਵੀ ਚੇਤੇ ਕੀਤਾ ਜਾਵੇ, ਅਸਲ ਵਿੱਚ ਉਸ ਮਨੁੱਖ ਨੇ ਸੰਸਾਰ ਵਿੱਚ ਕੋਈ ਚੰਗੇ ਕੰਮ ਕੀਤੇ ਨੇ। ਹੁਣ ਆਪਾਂ ਗੁਰੂ ਸਾਹਿਬਾਨ ਦੇ ਸਮੇਂ ਦੀ ਆਪਾਂ ਗੱਲ ਕਰੀਏ, ਕਲਗੀਧਰ ਪਾਤਸ਼ਾਹ ਮਹਾਰਾਜ ਕਿੰਨੇ ਸਿੰਘ ਸੀ ਜਿਹੜੇ ਸਤਿਗੁਰ ਦੇ ਇੱਕ ਹੁਕਮ ਕਰਨ 'ਤੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਂਦੇ ਸਨ। ਔਰ ਉਹਨਾਂ ਨੂੰ ਆਪਾਂ ਨੇਤਾ ਪ੍ਰਤੀ ਯਾਦ ਕਰ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਚਾਹੇ ਉਹ ਸਿੰਘ ਸੀ, ਚਾਹੇ ਉਹ ਸਿੰਘਣੀਆਂ ਸਨ, ਉਹਨਾਂ ਨੂੰ ਆਪਾਂ ਨੇਤਾ ਪ੍ਰਤੀ ਯਾਦ ਕਰਦੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ। ਉਹਨਾਂ ਨੂੰ ਨੇਤਾ ਪ੍ਰਤੀ ਯਾਦ ਕਰਦੇ ਨੇ। ਕਾਰਨ ਕੀ ਹੈ ਕਿ ਜਿਹੜੀ ਸ਼ਹਾਦਤ ਦੇਣੀ ਨੇ, ਸ਼ਹੀਦੀ ਪ੍ਰਾਪਤ ਕਰਨੀ ਹੈ, ਉਹ ਨਾਮ ਦੀ ਕਮਾਈ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। 1 ਜੂਨ ਦਾ ਅੱਜ ਸਮਾਂ ਹੈ, ਜਿਹੜਾ ਇਹ ਪਹਿਲਾ ਹਫ਼ਤਾ ਜੂਨ ਮਹੀਨੇ ਦਾ। ਇਹੋ ਜਿਹੇ ਸਿਰਲੱਥ ਯੋਧੇ ਸੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਕੋਲ, ਜਿਹੜੇ ਗੁਰੂ ਸਰੇ ਹੱਸ ਹੱਸ ਕੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਸੀ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਇਹੋ ਜਿਹੇ ਯੋਧੇ ਸੀ, ਜਿਵੇਂ ਆਪਾਂ ਕਹਿ ਦਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਮਕੌਰ ਦੀ ਗੜ੍ਹੀ ਵਿਖੇ ਘੇਰਾ ਪਾਇਆ ਹੋਇਆ। ਚਮਕੌਰ ਦੀ ਗੜ੍ਹੀ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ 40 ਸਿੰਘ ਸੀ।
ਤੇ 40 ਸਿੰਘ ਸਵਾ ਲੱਖ ਨਾਲ ਜੂਝਣ ਲਈ ਤਿਆਰ ਸੀ। ਤੇ ਉਹਨਾਂ ਦੇ ਵਿੱਚੋਂ ਮਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਵੀ ਇੱਕ ਸੀ, ਜਿਹੜੇ ਗੁਰੂ ਸਵਾਰੇ ਦੇਸ਼ ਅਤੇ ਜਿਹੜੇ ਆਪਣੀ ਕੌਮ ਦੇ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਤੇ ਇਹ ਹੈ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ, ਉਹ ਗੁਰੂ ਸਵਾਰੇ ਫਿਰ ਸ਼ਹਾਦਤ ਦਾ ਜਾਮ ਪੀਣ ਲਈ ਤਿਆਰ ਹੋ ਜਾਂਦੇ ਨੇ। ਉਹ ਕਹਿੰਦੇ ਨੇ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹਨਾਂ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ। ਪਰ ਬਹੁਤ ਤਾਦਾਦ ਦੇ ਵਿੱਚ ਸਤਿਗੁਰੂ ਇੱਥੇ ਉਹਨਾਂ ਦੀ ਗੱਲ ਕਰਦੇ, ਭਾਵ ਜਿਹੜੇ ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਵੀ ਦੁਨੀਆ ਦੇ ਲੋਕ ਯਾਦ ਕਰਦੇ ਨੇ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਪਰਮਾਤਮਾ ਦਾ ਨਾਮ ਵਿਸਾਰਿਆ, ਕਦੇ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਗੁਣਾਂ ਦਾ ਗਹਿਣ ਨਹੀਂ ਕੀਤਾ, ਤੇ ਸਤਿਗੁਰੂ ਕਹਿੰਦੇ ਨੇ ਉਹ ਖੇ ਹੋ ਜਾਂਦੇ ਨੇ। ਉਹ ਜੰਮਦੇ ਮਰਦੇ ਨੇ, ਤੇ ਮਰਨ ਤੋਂ ਉਹਨੂੰ ਕੋਈ ਪੁੱਛਦਾ ਨਹੀਂ ਹੈ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਇਸ ਤਰ੍ਹਾਂ ਹੌਲੀ ਹੌਲੀ ਸਭ ਖਤਮ ਹੋ ਜਾਂਦਾ ਹੈ। ਇਸ ਕਰਕੇ ਨਾਮ ਜਪਣਾ ਅਤੀ ਜ਼ਰੂਰੀ ਹੈ। ਕਵੀ ਤੁਲਸੀਦਾਸ ਜੀ ਲਿਖਦੇ ਨੇ, ਕਹਿੰਦੇ ਨੇ ਜਨਨੀ ਜਨੈ ਤ ਭਗਤ ਜਨ, ਕੈ ਦਾਤਾ ਕੈ ਸੂਰ, ਨਾਹੇ ਤ ਜਨਨੀ ਬਾਂਝ ਰਹੈ, ਕਾਏ ਗਵਾਏ ਨੂਰ। ਕਹਿੰਦੇ ਨੇ ਜਨਨੀ ਮਾਂ ਜਿਹੜੀ ਹੈ 3 ਪ੍ਰਕਾਰ ਦੇ ਬੱਚਿਆਂ ਨੂੰ ਪੈਦਾ ਕਰੇ। ਜਾਂ ਤਾਂ ਮਾਂ ਦਾ ਪੁੱਤਰ ਹੋਵੇ, ਉਹ ਘਰ ਬੱਚਾ ਪੈਦਾ ਹੋਇਆ, ਉਹ ਤਾਂ ਜਾਂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੋਵੇ, ਪਹਿਲਾ ਗੁਣ, ਜਾਂ ਫਿਰ ਦੂਜਾ ਦਾਤਾ, ਉਹ ਦਾਨੀ ਸੁਭਾਅ ਵਾਲਾ ਹੋਵੇ, ਲੋੜਵੰਦਾਂ ਦੀ ਮਦਦ ਕਰਨ ਵਾਲਾ ਹੋਵੇ, ਜਾਂ ਫਿਰ ਸੂਰਮਾ ਹੋਵੇ। ਇਹ ਤਿੰਨਾਂ ਗੁਣਾਂ ਵਾਲਾ ਬੱਚਾ ਹੋਵੇ, ਕਹਿੰਦੇ ਫਿਰ ਤਾਂ ਠੀਕ ਹੈ। ਇਹ ਤਿੰਨਾਂ ਇੱਕ ਵੀ ਗੁਣ ਹੋਵੇ, ਕਹਿੰਦੇ ਫਿਰ ਤਾਂ ਠੀਕ ਹੈ, ਨਹੀਂ ਤਾਂ ਕਹਿੰਦੇ ਉਸ ਜਨਨੀ ਨੇ, ਮਾਂ ਨੇ ਆਪਣਾ ਨੂਰ ਕਿਉਂ ਗਵਾਣਾ ਕੀਤਾ। ਇਹੋ ਜਿਹੇ ਬੱਚੇ ਨੂੰ ਜਨਮ ਨਾ ਹੀ ਦਿੰਦੀ ਤਾਂ ਠੀਕ ਸੀ। ਸੋ ਗੁਰੂ ਸਵਾਰਿਓ, ਕਹਿਣ ਦਾ ਭਾਵ ਹੈ ਕਿ ਗੁਰੂ ਸਾਹਿਬਾਨ ਜਿਹੜੇ ਸੂਰਮੇ ਸੀ, ਜੋ ਸਤਿਗੁਰ ਨੇ ਆਪਣੇ ਸਿੱਖ ਦੀ ਸਿਰਜਣਾ ਕੀਤੀ ਨਾ, ਸਿੱਖ ਦੀ ਸਿਰਜਣਾ ਕਰਨ ਵੇਲੇ ਸਤਿਗੁਰ ਨੇ ਆਪਣੇ ਸਿੱਖ ਵਿੱਚ ਇਹ ਤਿੰਨੇ ਗੁਣ ਪੈਦਾ ਕਰ ਦਿੱਤੇ। ਸਿੱਖ ਪ੍ਰੇਮਾ ਭਗਤੀ ਕਰਨ ਵਾਲਾ ਵੀ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਸਿੱਖ ਇਸ਼ਨਾਨ ਇਤਿਆਦ ਕਰਕੇ ਚੌਂਕੜਾ ਮਾਰ ਕੇ ਬੈਠਦਾ ਏ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦਾ, ਤੇ ਉਦੋਂ ਸਿੱਖ ਭਗਤ ਹੈ। ਜਦੋਂ ਫਿਰ ਲੋੜਵੰਦਾਂ ਦੀ ਸਹਾਇਤਾ ਦੀ ਗੱਲ ਆਉਂਦੀ ਹੈ, ਤੇ ਸਿੱਖ ਵੱਡੇ ਵੱਡੇ ਲੰਗਰ ਲਾ ਦਿੰਦਾ, ਲੋੜਵੰਦਾਂ ਦੀ ਫਿਰ ਸਿੱਖ ਸਹਾਇਤਾ ਕਰਦਾ। ਜਿਵੇਂ ਹੁਣ ਆਹ ਸਮਾਂ ਚੱਲਿਆ ਸੀ, ਆਹ ਕਰੋਨਾ ਵਾਇਰਸ ਚੱਲ ਰਿਹਾ ਹੈ, ਤੇ ਸਿੱਖਾਂ ਨੇ, ਗੁਰੂ ਸਵਾਰਿਓ, ਸਿੱਖ ਕੌਮ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਸਿੱਖ ਬੈਠਾ ਹੋਇਆ, ਉਹਨਾਂ ਥਾਵਾਂ 'ਤੇ ਪਹੁੰਚ ਕੇ ਸਿੱਖਾਂ ਨੇ ਲੰਗਰ ਲਾ ਦਿੱਤੇ। ਜੇ ਇਕੱਲਾ ਸਿੱਖ ਵੀ ਵੱਸਦਾ ਨਾ ਕਿਤੇ, ਇਕੱਲੇ ਸਿੱਖ ਨੇ ਵੀ ਰੋਕ ਕੇ ਆਪਣੀ ਸਮਰੱਥਾ ਮੁਤਾਬਕ ਲੰਗਰ ਲਾਇਆ ਕਿ ਗੁਰੂ ਕਾ, ਸਾਡੇ ਗੁਰੂ ਦਾ ਹੁਕਮ ਹੈ ਕੋਈ ਭੁੱਖਾ ਨਾ ਸੋਵੇ। ਇੱਥੋਂ ਸਿੱਖ ਜਿਹੜਾ ਹੈ ਦਾਨਾ ਹੈ, ਦਾਤਾ ਹੈ। ਇਹ ਗੁਣ ਸਤਿਗੁਰ ਨੇ ਆਪਣੇ ਸਿੱਖ ਵਿੱਚ ਪੈਦਾ ਕਰ ਦਿੱਤਾ। ਜੇ ਸੂਰਮਤਾ ਦੀ ਗੱਲ ਕਰੀਏ ਗੁਰੂ ਸਵਾਰਿਓ, ਤੇ ਸਿੱਖ ਇਤਿਹਾਸ ਦਾ ਭਰਿਆ ਹੋਈ ਸਾਰਾ ਸੂਰਮਤਾਈ ਨਾਲ ਹੈ। ਚੱਪੇ ਚੱਪੇ ਵਿੱਚ ਸ਼ਹੀਦ ਸਿੰਘਾਂ ਦਾ ਲਹੂ ਡੁੱਲਿਆ, ਤੇ ਇਹ ਤਿੰਨੇ ਗੁਣ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੇ ਵਿੱਚ ਪੈਦਾ ਕੀਤੇ ਨੇ। ਜੋ ਕਵੀ ਤੁਲਸੀਦਾਸ ਤਾਂ ਕਹਿੰਦਾ ਕਿ ਇੱਕ ਇੱਕ ਗੁਣ ਹੋਵੇ,
ਜਾਂ ਭਗਤ ਹੋਵੇ ਜਾਂ ਦਾਨਾ ਹੋਵੇ ਜਾਂ ਸੂਰਮਾ ਹੋਵੇ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖ ਵਿੱਚ ਤਿੰਨੇ ਗੁਣ ਪੈਦਾ ਕਿ ਨਹੀਂ, ਮੇਰੇ ਸਿੱਖ ਤਿੰਨੇ ਗੁਣ ਹੋਣਗੇ। ਦਾਨਾ ਵੀ ਹੋਵੇਗਾ, ਸਿੱਖ ਮੇਰਾ ਸੂਰਮਾ ਵੀ ਹੋਵੇਗਾ, ਸਿੱਖ ਮੇਰਾ ਪ੍ਰੇਮਾ ਭਗਤੀ ਕਰਨ ਵਾਲਾ ਵੀ ਹੋਵੇਗਾ। ਤੇ ਇੱਥੇ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਲੋਕਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਭੁੱਲਿਆ ਹੋਇਆ ਹੈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਕਹਿੰਦੇ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਕਹਿੰਦੇ ਉਹ ਖੇਹ ਹੁੰਦੇ ਦੇਖਣਾ ਕੀਤੇ ਨੇ। ਜਿਵੇਂ ਆਪਾਂ ਧੰਨ ਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਨਾ ਕਿ ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਨੀ ਦੇਹ ਫਿਰਹਿ ਬਿਨ ਨਾਵੈ, ਹੋਏ ਖਪ ਖਪ ਮੂਏ ਕਰਾਂਝਾ। ਗੁਰੂ ਸਾਹਿਬਾਨ ਜੀ ਦੇਖੋ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਲਾਂਭਾ ਦੇ ਰਹੇ ਨੇ। ਗੁਰੂ ਸਾਹਿਬਾਨ ਜੀ ਕਹਿ ਜਿਨ ਹਰ ਹਿਰਦੈ ਨਾਮ ਨਾ ਬਸਿਓ। ਹੇ ਪਰਮੇਸ਼ਰ, ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵਸਦਾ, ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਤਿਨ ਮਾਤ ਕੀਜੈ ਹਰ ਬਾਂਝਾ, ਉਹਨਾਂ ਦੀ ਮਾਂ ਨੂੰ ਤੂੰ ਬਾਂਝ ਕਰ ਦੇ। ਬਾਂਝ ਤੋਂ ਭਾਵ ਹੈ ਜਿਸ ਇਸਤਰੀ ਨੂੰ ਬੱਚਾ ਪੈਦਾ ਨਾ ਹੋਵੇ, ਜਿਹਦੇ ਕੋਲ ਇਹ ਸ਼ਕਤੀ ਨਾ ਹੋਏ ਬੱਚਾ ਪੈਦਾ ਕਰਨ, ਉਸ ਇਸਤਰੀ ਨੂੰ ਆਖਿਆ ਜਾਂਦਾ ਬਾਂਝ, ਕਿ ਇਹ ਬਾਂਝ ਇਸਤਰੀ ਹੈ। ਤੇ ਸਤਿਗੁਰੂ ਲਾਂਭਾ ਦਿੰਦੇ ਨੇ, ਕਹਿੰਦੇ ਪਰਮਾਤਮਾ ਉਹਨੂੰ ਤੂੰ ਬਾਂਝ ਹੀ ਕਰ ਦੇ। ਕਿਉਂ ਬਾਂਝ ਕਰਨਾ? ਕਿਉਂਕਿ ਉਹਦੇ ਇੱਕ ਉਹੋ ਜਿਹੇ ਬੱਚੇ ਨੂੰ ਜਨਮ ਨਹੀਂ ਦੇ ਸਕੀ ਜਿਹੜਾ ਬੱਚਾ ਪਰਮਾਤਮਾ ਦੀ ਬੰਦਗੀ ਨਾ ਕਰੇ। ਪਰਮਾਤਮਾ ਦੀ ਬੰਦਗੀ ਕਰਨ ਵਾਲਾ ਬੱਚਾ ਪੈਦਾ ਕਰਨਾ ਸੀ। ਕਹਿੰਦੇ ਮਾਲਕ ਇਹੋ ਜਿਹੇ ਬੱਚੇ ਤਾਂ ਫਿਰ ਇਹੋ ਜਿਹਾ ਮਨੁੱਖ ਤਾਂ ਸੰਸਾਰ ਉੱਤੇ ਬੋਝ ਹੈ ਜਿਹੜਾ ਸੰਸਾਰ ਵਿੱਚ ਆ ਕੇ ਨਾਮ ਨਾ ਜਪੇ। ਉਹਨਾਂ ਮਨੁੱਖਾਂ ਦੀ ਹਾਲਤ ਕੈਸੀ ਹੈ? ਤਿਨ ਸੁੰਨੀ ਦੇਹ ਫਿਰੈ ਬਿਨ ਨਾਵੈ, ਉਹ ਖਪ ਖਪ ਮੂਏ ਕਰਾਂਝਾ। ਨਾਮ ਤੋਂ ਬਿਨਾਂ, ਨਾਮ ਤੋਂ ਹੀਣੇ ਹੋਣ ਕਰਕੇ ਉਹਨਾਂ ਦੀ ਜਿਹੜੀ ਦੇਹ ਹੈ, ਇਸ ਦੇਹ ਸੁੰਨੀ ਫਿਰਦੀ ਹੈ। ਉਹ ਬਾਰ ਬਾਰ ਵਿਸ਼ੇ ਵਿਕਾਰਾਂ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੇ ਵਿੱਚ ਉਹ ਖਪਦੇ ਹਨ। ਇਸ ਤਰ੍ਹਾਂ ਬਾਰ ਬਾਰ ਫਿਰ ਦੁਖੀ ਹੁੰਦੇ ਨੇ। ਉਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕੋਹੜ ਦਾ ਰੋਗ ਲੱਗਿਆ ਹੋਵੇ ਨਾ, ਉਹ ਰੋਗ ਨਾਲ ਹਾਏ ਹਾਏ ਕਰਦਾ ਫਿਰਦਾ, ਬਿਰਲਾਪ ਕਰਦਾ ਹੈ। ਕਹਿੰਦੇ ਇਸੇ ਤਰ੍ਹਾਂ ਨਾਮ ਤੋਂ ਹੀਣੇ ਪੁਰਸ਼ ਵੀ, ਇਸੇ ਤਰ੍ਹਾਂ ਉਹਦੀ ਜਿਹੜੀ ਜੀਵ ਆਤਮਾ ਇਸ ਤਰ੍ਹਾਂ ਤਪਦੀ ਹੈ, ਸੜਦੀ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੁੰਦੀ ਜਾਂਦੀ ਹੈ। ਉਸ ਜੀਵ ਨੂੰ ਕਦੇ ਵੀ ਢੋਈ ਨਹੀਂ ਮਿਲਦੀ, ਨਾ ਇਸ ਲੋਕ ਦੇ ਵਿੱਚ ਤੇ ਨਾ ਹੀ ਪਰਲੋਕ ਦੇ ਵਿੱਚ। ਜ਼ਿੰਦਗੀ ਵਿੱਚ ਸ਼ਾਂਤੀ ਲੈਣੀ ਹੈ, ਹਿਰਦੇ ਨੂੰ ਸਕੂਨ ਲੈਣਾ ਹੈ, ਤੇ ਸਕੂਨ ਲੈਣ ਵਾਸਤੇ ਸਾਨੂੰ ਫਿਰ ਪਰਮਾਤਮਾ ਦੀ ਇਬਾਦਤ ਕਰਨੀ ਪਵੇਗੀ। ਗੁਰੂ ਦਾ ਜਸ ਸਾਨੂੰ ਕਰਨਾ ਪਵੇ। ਗੁਰੂ ਦੇ ਜਸ ਕਰਨ ਤੋਂ ਬਿਨਾਂ ਗੁਰੂ ਤੋਂ ਗੱਲ ਨਹੀਂ ਬਣਨੀ ਹੈ। ਗੁਰੂ ਕਾ ਜਸ ਕਰਨਾ ਕਿਵੇਂ ਹੈ? ਪਰਮਾਤਮਾ ਦੀ ਵਡਿਆਈ ਕਿਵੇਂ ਕਰਨੀ ਹੈ? ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਪੁੱਛੋ ਤੇ ਸਤਿਗੁਰੂ ਫਰਮਾਨ ਕਰਦੇ ਨੇ, ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸਤਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ,
ਬਿਰਧ ਪਿਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਸਤਿਗੁਰੂ ਕਹਿੰਦੇ ਦੇਖ ਉਸ ਮਾਲਕ ਦੇ ਜਿਹੜਾ ਰਮਈਆ ਰਮਿਆ ਹੋਇਆ ਵਾਹਿਗੁਰੂ ਹੈ ਨਾ ਸਾਰੀਆਂ ਥਾਵਾਂ 'ਤੇ, ਉਸ ਰਮੇ ਹੋਏ ਮਾਲਕ ਦੇ ਤੂੰ ਗੁਣਾਂ ਨੂੰ ਚੇਤੇ ਕਰ, ਭਾਵ ਉਸ ਵਾਹਿਗੁਰੂ ਦੀ ਇਬਾਦਤ ਕਰ। ਕਹਿੰਦੇ ਤੂੰ ਕਿਉਂ ਭੁੱਲਿਆ ਫਿਰਦਾ ਏ? ਤੈਨੂੰ ਪਤਾ ਜਿਸ ਮਾਲਕ ਨੇ ਤੈਨੂੰ ਜਿਨ ਤੂੰ ਸਾਜ ਸਵਾਰ ਸਿਗਾਰ ਚੰਗੀ ਤਰ੍ਹਾਂ ਸਾਜਣਾ ਕੀਤਾ, ਤੇਰੇ ਸਰੀਰ ਦਾ ਕੱਲਾ ਕੱਲਾ ਅੰਗ ਬਣਾਇਆ, ਚੰਗੀ ਤਰ੍ਹਾਂ ਤੈਨੂੰ ਸਵਾਰ ਦਿੱਤਾ, ਸ਼ਿੰਗਾਰ। ਜਿਵੇਂ ਇੱਕ ਗੁਰੂ ਸਵਾਰ, ਜਿਵੇਂ ਆਪਾਂ ਦੇਖਦੇ ਹਾਂ ਨਾ, ਜਦੋਂ ਕਿਸੇ ਮਨੁੱਖ ਲੜਕਾ ਜਾਂ ਲੜਕੀ ਦੀ ਸ਼ਾਦੀ ਹੋਵੇ, ਸ਼ਾਦੀ ਵੇਲੇ ਲਾੜਾ ਤਿਆਰ ਹੁੰਦਾ, ਉਧਰ ਲਾੜੀ ਤਿਆਰ ਹੁੰਦੀ ਹੈ, ਪੂਰੇ ਸ਼ਿੰਗਾਰ ਕੀਤੇ ਜਾਂਦੇ ਨੇ, ਉਹ ਸਜਦਾ ਹੈ, ਧੱਜਦੀ ਹੈ ਲੜਕੀ। ਤੇ ਇਸੇ ਤਰ੍ਹਾਂ ਪਰਮਾਤਮਾ ਨੇ ਵੀ ਜੀਵ ਨੂੰ ਸੰਸਾਰ ਵਿੱਚ ਸ਼ਿੰਗਾਰ ਕੇ ਭੇਜਣਾ ਕੀਤਾ, ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦਿੱਤੀ। ਫਿਰ ਸਤਿਗੁਰੂ ਕਹਿੰਦੇ ਇਕੱਲਾ ਸ਼ਿੰਗਾਰਿਆ ਨਹੀਂ ਹੈ, ਇਕੱਲਾ ਸਵਾਰਿਆ ਨਹੀਂ ਹੈ, ਭਾਵ ਤੇਰਾ ਸਰੀਰ ਨਹੀਂ ਇਕੱਲਾ ਬਣਾਇਆ। ਕਹਿੰਦੇ ਤੈਨੂੰ ਜਦੋਂ ਤੂੰ ਬਾਲਕ ਅਵਸਥਾ ਵਿੱਚ ਜਨਮ ਲਿਆ ਨਾ, ਬਾਰ ਅਵਸਥਾ ਤੁਝੈ ਪਿਆਰੈ ਦੂਧ, ਤੈਨੂੰ ਮਾਲਕ ਨੇ ਦੁੱਧ ਦੇਣਾ ਕੀਤਾ। ਕਿਉਂਕਿ ਆਪਾਂ ਦੇਖਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਦੇ ਉਧਰ ਬੱਚੇ ਦਾ ਜਨਮ ਹੁੰਦਾ ਹੈ, ਉਧਰ ਮਾਤਾ ਦੇ ਅਸਟਨਾਂ ਵਿੱਚੋਂ ਦੁੱਧ ਪੈਦਾ ਹੋ ਜਾਂਦਾ ਹੈ। ਖੁਰਾਕ ਦਿੱਤੀ ਪਰਮਾਤਮਾ ਨੇ। ਜਦੋਂ ਜਵਾਨੀ ਵਿੱਚ ਆ ਗਿਆ, ਭਰ ਜੋਬਨ ਭੋਜਨ ਸੁਖ ਸੂਧ, ਉਦੋਂ ਫਿਰ ਮਨ ਪਸੰਦ ਦੇ ਭੋਜਨ ਛਕਣ ਲੱਗ ਪਿਆ। ਉਦੋਂ ਵੀ ਤੈਨੂੰ ਪਰਮਾਤਮਾ ਨੇ ਭੁੱਖਾ ਨਹੀਂ ਰੱਖਿਆ। ਜਿਹਨੇ ਮਾਲਕ ਨੇ ਤੈਨੂੰ ਇੰਨਾ ਕੁਝ ਦੇਣਾ ਕੀਤਾ ਕਿ ਤੇਰਾ ਫਰਜ਼ ਨਹੀਂ ਬਣਦਾ ਕਿ ਉਸ ਪਰਿਪੂਰਨ ਪਰਮਾਤਮਾ ਦਾ ਮੈਂ ਧੰਨਵਾਦ ਕਰਾਂ, ਸ਼ੁਕਰ ਕਰਾਂ। ਪਰ ਤੂੰ ਉਸ ਮਾਲਕ ਨੂੰ ਵਿਸਾਰਿਆ ਹੋਇਆ, ਉਸ ਮਾਲਕ ਨੂੰ ਤੂੰ ਭੁੱਲਿਆ ਫਿਰਦਾ ਹੈ। ਤੇਰੀ ਹਾਲਤ ਐਸੀ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਵੇ, ਤੇ ਸਤਿਗੁਰੂ ਕਹਿੰਦੇ ਨੇ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ। ਕਹਿੰਦੇ ਅਸੀਂ ਦੇਖਣਾ ਕੀਤੇ ਭਾਈ, ਉਹ ਖੇਹ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ। ਕਿਉਂ? ਇਸ ਜੀਵ ਨੂੰ ਨਾਮ ਕਿਉਂ ਭੁੱਲਦਾ ਹੈ? ਤੇ ਸਤਿਗੁਰੂ ਅਗਲੀ ਪੰਗਤੀ ਦੱਸਦੇ ਨੇ, ਕਹਿੰਦੇ ਪੁੱਤਰ ਮਿੱਤਰ ਬਿਲਾਸ ਬਨਤਾ, ਟੂਟ ਤੇ ਇਹ ਨੇਹ। ਸਤਿਗੁਰੂ ਕਹਿੰਦੇ ਨੇ ਕਿ ਇਸ ਜੀਵ ਦਾ ਆਪਣੇ ਪੁੱਤਰਾਂ ਦੇ ਨਾਲ, ਮਿੱਤਰਾਂ ਦੇ ਨਾਲ, ਬੰਤਾ ਘਰ ਵਾਲੀ ਇਸਤਰੀ ਦੇ ਨਾਲ ਪਿਆਰ ਹੈ। ਇਹਨਾਂ ਦੇ ਨਾਲ, ਇਹਦੇ ਵਿੱਚ ਹੀ ਜੀਵ ਖਚਿਤ ਹੈ। ਜਿਸ ਕਰਕੇ ਕਹਿੰਦੇ ਫਿਰ ਹੌਲੀ ਹੌਲੀ ਜਦੋਂ ਮਨੁੱਖ ਦਾ ਅੰਤਮ ਸਮਾਂ ਆਉਂਦਾ ਨਾ, ਕਹਿੰਦੇ ਉਦੋਂ ਇਹ ਨੇਹ ਜਿਹੜਾ ਪ੍ਰੇਮ ਟੁੱਟ ਜਾਂਦਾ ਹੈ। ਇੱਥੋਂ ਤੱਕ ਸਭ ਤੋਂ ਨਿਕਟ ਵਰਤੀ ਜੀਵ ਦੀ ਘਰ ਵਾਲੀ ਮੰਨੀ ਗਈ ਹੈ। ਇਸਤਰੀ ਜਿਹੜੀ ਘਰ ਵਾਲੀ ਆ, ਪਤਨੀ ਨੂੰ ਮੰਨਿਆ ਗਿਆ ਸਭ ਤੋਂ ਨਿਕਟ ਵਰਤੀ ਜੀਵ ਦੇ। ਪਰ ਜਦੋਂ ਗੁਰੂ ਸਵਾਰੇ ਜੀਵ ਇਸ ਸਰੀਰ ਨੂੰ ਤਿਆਗਦਾ ਨਾ, ਤੇ ਉਦੋਂ ਫਿਰ ਇਹ ਘਰ ਵਾਲੀ ਇਸ ਤਰ੍ਹਾਂ ਬਚਨ ਕਰਨ ਲੱਗ ਪੈਂਦੀ, ਜਿਵੇਂ ਸਤਿਗੁਰੂ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗਵਾਹੀ ਦਿੰਦੇ ਨੇ ਕਿ ਘਰ ਕੀ ਨਾਰ ਉਰਹਿ ਤਨ ਲਾਗੀ। ਜਿਹੜੀ ਘਰ ਦੀ ਇਸਤਰੀ ਹੈ, ਕਹਿੰਦੇ ਬੜੀ ਨੇੜੇ ਲੱਗੀ ਹੋਈ ਹੈ। ਕਹਿੰਦੇ ਜਦੋਂ ਕਹਿੰਦੇ ਫਿਰ ਸਮਾਂ ਆਉਂਦਾ ਹੈ ਕਿ ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਜਦੋਂ ਸਰੀਰ, ਕਹਿੰਦੇ ਸਰੀਰ ਨੂੰ ਇਹ ਛੱਡ ਕੇ ਜਿੰਦ ਚਲੀ ਜਾਂਦੀ ਹੈ, ਤੇ ਉਦੋਂ ਫਿਰ ਇਹੀ ਜੀਵ, ਇਹੀ ਇਸਤਰੀ ਘਰ ਵਾਲੀ ਨੂੰ ਜੇਕਰ ਪਤੀ ਆਪਣਾ ਸੁਪਨੇ ਵਿੱਚ ਦਿਖਾਈ ਦੇਣ ਲੱਗ ਪਵੇ ਨਾ, ਤੇ ਫਿਰ ਉਹ ਕਹਿੰਦੀ ਹੈ ਮੇਰਾ ਪਤੀ ਮੈਨੂੰ ਭੂਤ ਬਣ ਕੇ ਡਰਾਉਂਦਾ ਹੈ, ਪ੍ਰੇਤ ਬਣ ਕੇ ਡਰਾਉਂਦਾ ਹੈ। ਇਸ ਤਰ੍ਹਾਂ ਦੀ ਫਿਰ ਮਨ ਦੀ ਸੋਚ, ਤੇ ਸਤਿਗੁਰੂ ਕਹਿੰਦੇ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਆਇਆ, ਨੌਜਵਾਨ ਅਵਸਥਾ ਦੇ ਵਿੱਚ ਬੱਚੇ ਨੇ, ਘਰ ਵਾਲੀ ਨਾਲ ਬੜਾ ਸਨੇਹ ਪ੍ਰੇਮ ਹੈ।
सतगुरु गुरु तेग बहादुर पातशाह महाराज कह सतगुरु ने उपदेश दिता, क्योंकि जो गुरु तेग बहादुर साहब महाराज की आप बाणी पढ़ते हैं ना, तो सतगुरु ने बार बार समझाया कि भाई इहो कुटुंब तू जे देखदा चलै नाही तेरा नाले, साथ तेरा चलै नाही तिस नाल क्यों चित लाइए, ऐसा काम मूले ना कीचै जित अंत पछताई है। हुण गुरु तेग बहादुर पातशाह महाराज ने ये वचन किए कि भाई अंत वेले कोई सहायता करने वाला नहीं, जिन्हां पुत्तरां धीआं दे लई जीव तू ठगियां चोरियां करदा ना, इन्हां विचों किसी ने भी तेरी सहायता नहीं करनी है। जिवें आपां सतगुर दे भगत जी दे वचन पढ़दे हैं कि बहु पर पंच कर पर तन लियावै, सुत दारा पै आन लुटावै, मन मेरे भूले कपट न कीजै, अंत नवेरा तेरे जी पै लीजै। सतगुरु कहते हैं इहो जे कपट वाले छल वाले काम, ठगियां वाले काम जी भुल के भी ना करना कर, अंत नूं नवेरा तेरे पास होना। जिहड़े कर्म तैं कीते ने ना वो तैनूं ही हिसाब किताब देना। उत्थे तेरा जह माँ उत्थे तेरा ना तो माता पिता ने ना भैन भरन किसी ने सहायता नहीं करनी है। तो गुरु तेग बहादुर साहब महाराज कहन लगे, दीवाना विच पातशाह ने बचन किए कि भाई कोई माता पिता सहायक नहीं हुंदा, परमात्मा ही सहायता करन। जिवें आपां सतगुर दे बचन पढ़ते हैं कि जह मात पिता सुत मीत न भाई, मन ऊहा नाम तेरा संग सहाई, जह महा भयान दूत जम दलै, तह केवल नाम संग तेरै चलै। सतगुरु कहते जिथे बड़े भैदायक दूत ने जमदूत ने, वो डराने हैं, वो डराउण वाले ने, जीवन नूं पकड़ के दबोच के लै जाते हैं। कहते जे उत्थे तेरे कोल परमात्मा का नाम होवे आ, कहते नाम जपण करके तेन दूतां दा भै नहीं तेरे मन च रहेगा, तेनू सत्कार देणगे। तो इस करके कहते जरूरी है नाम जपना। तो गुरु तेग बहादुर पातशाह कहन लगे कोई भी सहायता करने वाले ये संबंध बनिया होया, पर अंत वेले साथ छड़ दिंदे ने। सतगुरु सिख नूं कहण सिखा बंदगी कराया कर। सिख कहन लगे कि पातशाह मैं अपनी मेरा घर वाली नाल बड़ा स्नेह है, तुसी कहंदे हो कि घर की जिहड़ी इस्तरी है वह भी कहते अंत वेले साथ छड्डदी है, पर मेरी घर वाली मैनू बड़ा प्रेम करती है। धन गुरु तेग बहादुर साहब महाराज आखण लगे, कहन लगे सिखा नहीं, प्रेम है पति ते पत्नी का प्रेम होना चाहिए, जरूरी है, पर उदों तक ही प्रेम है जदों तक शरीर सही सलामत है। जो शरीर खत्म हो गया उदों प्रेम मुक जाता है, फिर हौली हौली। कहन लगे नहीं पातशाह मैनू यकीन नहीं। सतगुरु कहन लगे पैटी गल कर भाई। गुरु तेग बहादुर साहब महाराज ने कहते ने उस समय सिख नूं जुगती सिखाई, जुगती सिखाई, 10वां द्वार भी स्वास चढ़ाने सिखा दिते। तो सिख के गया घर पहुँचे आ, रात नूं गुरु सवारे दोनों पति पत्नी पे हुए ने। तो सिख ने गुरु साहबान के हुक्म मुताबक ਜਿਹੜੇ ਆਪਣੇ ਸਵਾਸ ਨੇ 10ਵਾਂ द्वार ਵਿੱਚ ਚੜ੍ਹਾਣਾ ਕੀਤੇ। ਘਰ ਵਾਲੀ ਦੇਖਦੀ ਹੈ ਕਿ ਪਤੀ ਦਾ ਸਰੀਰ ਠੰਡਾ ਹੋ ਗਿਆ, ਨਬਜ ਬੰਦ ਹੋ ਗਈ ਹੈ, ਤੇ ਘਰ ਵਾਲੀ ਸੋਚਦੀ ਕਿ ਮੇਰਾ ਪਤੀ ਚੜ੍ਹਾਈ ਕਰ ਗਿਆ। ਪਹਿਲਾਂ ਤਾਂ ਰੋਣ ਲੱਗੀ, ਫਿਰ ਸੋਚਿਆ ਕਿ ਨਹੀਂ ਅੱਧੀ ਰਾਤ ਦਾ ਸਮਾਂ ਹੈ, ਜੇ ਮੈਂ ਹੁਣ ਰੋਲਾ ਪਾਇਆ ਕਿ ਮੇਰਾ ਪਤੀ ਚੜ੍ਹਾਈ ਕਰ ਗਿਆ ਤੇ ਸਾਰੀ ਰਾਤ ਕਿਵੇਂ ਲੰਘੇਗੀ। दूजी गल है कि सारी रात किमें लंघेगी ते नाल इन्नी अद्धी रात भुख नाल मैं अपना किमें अपना भुख तो बिना किमें गुजरान करांगी। रोटी तो जरूरी है ना। कहते उदों ने की कीता, रात वेले भोजन प्रशादा तैयार किया, खीर बनाई ने छकी है,
ਤੇ ਇਸ ਤਰ੍ਹਾਂ ਖਾ ਕੇ ਤ੍ਰਿਪਤ ਹੋ ਗਈ। ਜਦੋਂ ਸਵੇਰ ਦਾ ਸਮਾਂ ਉੱਠਣ ਦਾ ਸਮਾਂ ਹੋਇਆ, ਉਦੋਂ ਫਿਰ ਉੱਚੀ ਉੱਚੀ ਇਹ ਬੈਣ ਪਾਉਣ ਲੱਗ ਪਈ। ਉੱਚੀ ਉੱਚੀ ਰੋਂਦੀ ਹੈ, ਕੁਰਲਾਉਂਦੀ ਹੈ, ਬਾਰ-ਬਾਰ ਕਹਿੰਦੀ ਹੈ, ਕੰਤਾ ਸਵਰਗ ਸੰਭਾਲਿਆ ਮੈਨੂੰ ਵੀ ਕੁਝ ਭਾਗ, ਕੰਤਾ ਸਵਰਗ ਸੁਧਾਰਿਆ ਮੈਨੂੰ ਵੀ ਕੁਝ ਭਾਗ। ਉੱਚੀ ਉੱਚੀ ਕਹਿੰਦੀ ਹੈ ਤੇ ਆਂਢੀ ਗੁਆਂਢੀ ਸਾਰੇ ਇਕੱਤਰ ਹੋ ਗਏ, ਪਰਿਵਾਰ ਇਕੱਤਰ ਹੋਇਆ, ਭਰਾ ਭੈਣਾਂ ਇਤਿਆਦਿ ਸਾਰੀ ਅੰਤਮ ਕਿਰਿਆ ਗੁਰੂ ਸਿਰ ਤਿਆਰੀ ਹੋ ਗਈ ਹੈ, ਲੋਕ ਆ ਗਏ ਨੇ। ਤੇ ਇਸ ਤਰ੍ਹਾਂ ਜਦੋਂ ਇਹਨੂੰ ਤਿਆਰ ਕੀਤਾ ਗਿਆ, ਗੁਫੱਟੀ ਉੱਤੇ ਪਾਇਆ ਗਿਆ ਸ਼ਮਸ਼ਾਨ ਭੂਮੀ ਲਿਜਾਣ ਦੇ ਲਈ, ਤੇ ਉਦੋਂ ਇਹ ਆਪਣੇ ਪਤੀ ਦਾ ਮੁੱਖ ਤੱਕਦੀ, ਕੋਲ ਆਉਂਦੀ, ਦਿਹਤੜੇ ਮਾਰਦੀ ਹੈ, ਕਹਿੰਦੀ ਕੰਤਾ ਸਵਰਗ ਸਿਧਾਰਿਆ ਮੈਨੂੰ ਵੀ ਕੁਝ ਭਾਖ। ਕਹਿੰਦੇ ਨੇ ਉਦੋਂ ਫਿਰ ਉਹ ਜਿਹੜਾ ਸਿੱਖ ਸੀ ਉਹ ਬੋਲ ਪਿਆ, ਉਹਨੇ ਸੁਰਤੀ ਜਗਾਈ, ਕਹਿਣ ਲੱਗਿਆ ਜੈਸੇ ਪਾਇਸ ਖਾਇਆ ਤੈਸੇ ਚੂਰੀ ਚਾਖ। ਪਾਇਸ ਦਾ ਅਰਥ ਹੈ ਚੌਲ, ਖੀਰ ਬਣਾਈ ਸੀ। ਕਹਿਣ ਲੱਗਿਆ ਕਿ ਜਿਵੇਂ ਜੈਸੇ ਪਾਇਸ ਖਾਇਆ ਤੈਸੇ ਚੂਰੀ ਚਾਖ, ਕਿ ਜਿਵੇਂ ਤੈਂ ਰਾਤ ਵੇਲੇ ਸੌਣ ਵੇਲੇ ਮੇਰੇ ਮਰਨ ਤੋਂ ਬਾਅਦ ਤੈਂ ਘਰ ਵਿੱਚ ਖੀਰ ਬਣਾਉਣਾ ਕੀਤੀ, ਖੀਰ ਖਾਧੀ, ਫਿਰ ਤਾਂ ਚੂਰੀ ਕੁੱਟ ਕੇ ਰੱਖੀ ਹੋਈ ਸੀ ਕਿ ਮੈਂ ਚਲੋ ਬਾਅਦ ਵਿੱਚ ਭੁੱਖ ਲੱਗਣ ਤੇ ਇਹ ਖਾ ਲਵਾਂਗੀ। ਕਹਿਣ ਲੱਗੇ ਉਹ ਖਾਣਾ ਕਰ। ਤੇ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੈਨੂੰ ਬਚਨ ਕੀਤੇ ਸੀ ਕਿ ਜਿਹੜੇ ਇਹ ਸੰਸਾਰ ਦੇ ਸੰਬੰਧ ਨੇ ਉਦੋਂ ਤੱਕ ਨੇ ਜਦੋਂ ਤੱਕ ਸਰੀਰ ਹੈ। ਜਦੋਂ ਸਰੀਰ ਖਤਮ ਹੋ ਜਾਂਦਾ ਤੇ ਉਦੋਂ ਫਿਰ ਸਾਰੇ ਪਰਿਵਾਰ ਦੇ ਮੈਂਬਰ ਹੌਲੀ ਹੌਲੀ ਸਾਥ ਛੱਡਦੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਫਿਰ ਇਹ ਸਿੱਖ ਗਿਆ, ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਤੁਹਾਡੇ ਵਚਨ ਸੱਤ ਨੇ, ਮੈਂ ਤਾਂ ਐਵੇਂ ਮੋਹ ਦੀਆਂ ਤੰਦਾਂ ਵਿੱਚ ਫਸਿਆ ਹੋਇਆ ਸੀ। ਫਿਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਕਿ ਸਿੱਖਾ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਪਰਿਵਾਰ ਨੂੰ ਆਪਾਂ ਛੱਡ ਦੇਣਾ ਹੈ। ਜ਼ਿੰਮੇਵਾਰੀ ਹੈ, ਗ੍ਰਸਤੀ ਜੀਵਨ ਦੇ ਪਾਂਧੀ ਬਣੇ ਨੇ, ਗ੍ਰਸਤ ਵਿੱਚ ਰਹਿ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਹੈ। ਪਾਲਣਾ ਪੋਸ਼ਣਾ ਕਰਨ ਵਾਲਾ ਪਰਮਾਤਮਾ ਹੈ, ਪਰ ਪਰਮਾਤਮਾ ਨੇ ਸਾਨੂੰ ਦੋ ਹੱਥ ਦੇਣਾ ਕੀਤੇ ਨੇ ਮਿਹਨਤ ਮਸ਼ੱਕਤ ਕਰਨ ਦੇ ਲਈ। ਮਿਹਨਤ ਮਸ਼ੱਕਤ ਆਪਾਂ ਕਰਨੀ ਹੈ। ਇੱਕ ਜਿਵੇਂ ਇੱਕ ਸ਼ਾਹੂਕਾਰ ਹੋਵੇ, ਰਾਜਾ ਹੋਵੇ, ਰਾਜਾ ਅੱਗੋਂ ਕਿਸੇ ਨੂੰ ਗੁਰੂ ਸਾਹਿਬ ਲੋੜਵੰਦਾਂ ਨੂੰ ਕੋਈ ਵਸਤੂਆਂ ਵੰਡਣੀਆਂ ਹੋਵੇ ਤੇ ਰਾਜਾ ਆਪਣੇ ਨੌਕਰਾਂ ਚਾਕਰਾਂ ਨੂੰ ਕਹਿ, ਸਿਪਾਹੀਆਂ ਨੂੰ ਕਹਿ ਦੇ ਕਿ ਤੁਸੀਂ ਆ ਕੇ ਵੰਡ ਕੇ ਆਵੋ, ਤੇ ਸਿਪਾਹੀ ਰਾਜੇ ਪਾਸੋਂ ਰਸ਼ਤਾਂ ਬਸਤਾ ਲੈਂਦੇ ਤੇ ਉਹ ਵੰਡ ਕੇ ਆਉਂਦੇ ਨੇ। ਹੁਣ ਦੇਣ ਵਾਲਾ ਕੌਣ ਹੈ? ਰਾਜਾ। ਤੇ ਵੰਡਣ ਵਾਲੇ ਕੌਣ ਨੇ? ਸਿਪਾਹੀ, ਨੌਕਰ ਚਾਕਰ। ਇਸੇ ਤਰ੍ਹਾਂ ਹੀ ਦੇਣ ਵਾਲਾ ਪਰਮਾਤਮਾ, ਪਰਮਾਤਮਾ ਰੂਪੀ ਰਾਜਾ ਹੈ। ਤੇ ਜਿਹੜੇ ਸਾਡੇ ਜਿਹੜੇ ਹੱਥਾਂ ਨਾਲ ਆਪਾਂ ਵੰਡ ਲਿਆ, ਕੋਈ ਲੈ ਰਿਹਾ ਕੋਈ ਦੇ ਰਿਹਾ ਹੈ, ਇਹ ਗੁਰੂ ਸਵਰੇ ਪਰਮਾਤਮਾ ਨੇ ਇੱਕ ਜਰੀਆ ਬਣਾਇਆ ਹੋਇਆ, ਜਰੀਆ ਬਣਾਇਆ ਹੋਇਆ। ਇਹਦੇ ਰਾਹੀਂ ਜੀਵ ਇੱਕ ਦੂਜੇ ਲੋੜਵੰਦਾਂ ਦੀ ਸਹਾਇਤਾ ਕਰ ਰਿਹਾ ਹੈ। ਤੇ ਇਸ ਤਰ੍ਹਾਂ ਇਹ ਪਰਮਾਤਮਾ ਨੇ ਗੁਰੂ ਸਰ ਇਹ ਗੁਣ ਮਨੁੱਖ 'ਚ ਪੈਦਾ ਕੀਤੇ ਨੇ। ਪਰ ਮਨੁੱਖ ਗੁਰੂ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਤੂੰ ਰਹਿਣਾ ਪਰਿਵਾਰ ਦੇ ਵਿੱਚ ਹੈ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਤੇਰਾ ਫਰਜ਼ ਬਣਦਾ, ਜ਼ਿੰਮੇਵਾਰੀ ਹੈ। ਪਰ ਟੇਕ ਇੱਕ ਪਰਮਾਤਮਾ ਦੇ ਉੱਤੇ ਰੱਖਣੀ ਹੈ ਕਿ ਹੇ ਪਰਿਪੂਰਨ ਪਰਮਾਤਮਾ ਕਿਰਪਾ ਕਰਨੀ, ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਮੈਨੂੰ ਆਪਣੇ ਦਰੋਂ ਨਾਮ ਦੀ ਦਾਤ ਦੇਣੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇ। ਕਿ ਪੁੱਤਰ ਹਨ, ਮਿੱਤਰ ਸੱਜਣ ਹਨ, ਦੋਸਤ ਨੇ, ਤੇ ਬਨਤਾ ਘਰ ਵਾਲੀ ਇਸਤਰੀ, ਇਹਨਾਂ ਨਾਲ ਜੀਵ ਤੇਰਾ ਮੋਹ ਪਿਆ ਹੋਇਆ। ਕਹਿੰਦੇ ਅੰਤ ਵੇਲੇ ਕਹਿੰਦੇ ਜਿਹੜਾ ਇਹ ਨੇਹ ਹੈ ਨਾ ਪ੍ਰੇਮ, ਇਹ ਟੁੱਟ ਜਾਂਦਾ ਹੈ ਹੌਲੀ ਹੌਲੀ। ਇਹ ਸਾਰੇ ਜਦੋਂ ਉਦੋਂ ਤੱਕ ਹੀ ਤੇਰੇ ਨਾਲ ਨੇ ਜਦੋਂ ਤੱਕ ਤੇਰਾ ਸਰੀਰ ਸਹੀ ਸਲਾਮਤ ਹੈ।
क्योंकि गुरु सवारियो कई परिवार इस गुरुद्वारा साहिब विखे जिन्हों के बजुर्ग मंजे उत्ते पे होण, तरसयोग हालत हो जाती है, तो वो परिवार इत्थे आके सानू कहते हैं बाबा जी अरदास करो साडे बजुर्गों की। बजुर्ग मंजे उत्ते पिया होया जां वो ठीक हो जाए जां फिर वो संसार नूं छड्ड जावे। पर आप अरदास करी दी सच्चे पातशाह जिमें तैनूं भाउंदा अपने भाणे विच रजा विच रख के उस बजुर्ग नूं तंदरुस्ती बख्शिश कर। तो इस तरह जिउंदियां जी गुरु सरे मापे इन्ने दुखी हो जाते हैं बच्चे कि ताकि जी ये साਂਭ संभाल सातों नहीं हुंदी, साडा छुटकारा कराना करो। पर ज ये समा आपां ज़्यादा जे अज साडे बजुर्ग होए ने बीमार पे ने तो बजुर्गों की सेवा सब तो उत्तम सेवा है। तो कल नूं गुरु सरे आपां भी बजुर्ग होना है, कल नूं आपां भी बजुर्ग बनना है। तो कई परिवार इहो जिहे ने जिन्हां ने अपने माता पिता की सार नहीं पुछते। दास ने पहला भी कई बारी बेनती की है कि पंजाब की धरती ते बहुत सारे बिरध आश्रम बन चुके ने जो नहीं बनने चाहिए सन। क्योंकि पंजाब जिहड़ी पंजाब की धरती है गुरुआं की पीरां की धरती है, ये शहीद सिंघां की धरती है। तो इस धरती उत्ते बिरध आश्रम बने क्यों बने ने? क्योंकि असीं अपने बजुर्गों की संभाल नहीं कर रहे हैं। बजुर्गों की संभाल ना करन करके उन्हां बजुर्गों नूं बिरध आश्रमां दा सहारा लेना पैंदा है। जेकर गुरु सवारियो जे साडे मन च ये विचार आ जाए कि अज साडे बजुर्ग होए ने ते अज मैं जवानी विच हां ते कल नूं मैं भी बुढ़ापे विच जाना है। हो सकता है कि मेरी जिहड़ी हालत है मेरे बजुर्गों नालों भैड़ी हो जाए। जे मैं अपने बजुर्गों की सार संभाल करांगा फिर ही मेरे बच्चे गां देख के मेरी सार संभाल करनगे। ये कुदरती तौर पर जिहो जिहा आपां बीजांगे ना उहो जिहा सानूं वढणा पैंदा है। जिहो जी आपां बीज बीजता वो फल सानूं मिलेगा। आपे बीज आपे ही खाहो नानक हुक्मी आवो जाहो। फिर जी भालदा कि मैनूं जिंदगी दे सुख मिल जाण। आप कोई चंगा काम करना नहीं तो कहता मैनूं जिंदगी सुख मिलना। तो बाबा फरीद साहबान जी कहते ने फरीदा लोरै दाख बिजोरियां किकर बीजै जट हंडै उन कताएं दा पैंदा लोड़ै पट। कहते ने बीजता बीजे किकरां वाले भालदा फिरदा दाख बजोरियां कित्थों प्राप्त होणीਆਂ ने भाई। इस करके जिहो जी आपां कर्म करांगे वो सानू भोगने पैणे ने। माता पिता की सेवा अपने बजुर्गों की सेवा मानो गुरु की आपां सेवा कर ली तो गुरु साहबान पासों सानू असीसां प्राप्त हो जाणियां ने। आप गुरुद्वारा साहब वेखे आके झाड़ू लाउंदा होवे पोचा लाउंदा होवे लंगरां विच लंगर वरतांदा होवे जल सेवा करता होवे ते घर दे विच गुरु सर बजुर्ग बैठा होवे वो पानी मंगदा उहनूं पानी का गिलास भर के देवे। कित्थों दी सियाणप है? काहदी सेवा फिर? बजुर्गों की आपां संभाल कर लीए तो गुरु दीयां खुशियां सानूं मिल जाणियां ने। जे बजुर्गों नूं नहीं सांभिया तो गुरु साहब जिन्नी मर्जी आपां गुरुद्वारा साहब आके सेवा करते रहीए तो सच जाणिओ सतगुरु की सानू खुशी नहीं नसीब होनी है। गुरु की खुशी उदों मिलनी तो आप अपने बड़े वडेरियां नूं सांभांगे। सो सरोह विचार सतगुरु जी कृपा करते हैं। कहते जिहड़े भाई संसारी रिश्ते ने पुत्रां दे नाल तेरा मोह है मित्रां नाल तेरा मोह है बनता घर वाली तेरी इस्तरी है इहदे नाल तेरा कहते मोह पिया होया। जदों फिर अंतिम समा आउंदा ना कहते उदों टूट ते ये नेह ये सारे नेह जिहड़े ने जिहड़ा स्नेह है ये सारा टुट जाता है। हौली हौली फिर मुक जाता है। मेरे मन नाम नित नित लेह
ਜਲਤ ਨਾਹੀ ਅਗਨ ਸਾਗਰ, ਸੂਖ ਮਨ ਤਨ ਦੇਹ। ਤੇ ਗੁਰੂ ਸਾਹਿਬਾਨ ਜੀ ਰਹਾਉ ਵਾਲੀ ਪੰਕਤੀ ਬਖਸ਼ਿਸ਼ ਕਰਦੇ ਨੇ ਕਿ ਮੇਰੇ ਮਨ, ਹੇ ਮੇਰੇ ਮਨਾ, ਨਾਮ ਨਿਤ ਨਿਤ ਲੈ, ਨਿਤਾ ਪ੍ਰਤੀ ਹਰ ਸਮੇਂ ਤੂੰ ਬਾਰ ਬਾਰ ਉਸ ਮਾਲਕ ਦਾ ਨਾਮ ਲੈਣਾ ਕਰ, ਭਾਵ ਨਾਮ ਜਪਣਾ ਕਰ। ਆਪਣੇ ਇੱਕ ਵੀ ਸਵਾਸ ਜਿਹੜਾ ਸਵਾਸ ਹੈ ਉਹਨੂੰ ਵਿਅਰਥ ਨਾ ਜਾਣ ਦੇ। ਹਰੇਕ ਸਾਹ ਦੇ ਰਾਹੀਂ ਉਸ ਮਾਲਕ ਨੂੰ ਚੇਤੇ ਕਰ। ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ। ਵਿਅਰਥ ਨਾ ਜਾਣ ਦੇ। ਕੀ ਪਤਾ ਤੇਰਾ ਜ਼ਿੰਦਗੀ ਦਾ ਅਖੀਰਲਾ ਸਾਹ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬੈਠੇ ਹੋਏ ਨੇ, ਪੁੱਛਿਆ ਭਾਈ ਮਰਦਾਨੇ ਜੀ ਨੂੰ ਕਿ ਭਾਈ ਮਰਦਾਨਾ ਜੀ, ਤੂੰ ਮੌਤ ਨੂੰ ਕਿੰਨਾ ਕੁ ਨੇੜੇ ਜਾਣਦਾ? ਤੇ ਭਾਈ ਮਰਦਾਨੇ ਜੀ ਨੇ ਹਾਸ ਰਸ ਵਿੱਚ ਗੱਲ ਕਰ ਦਿੱਤੀ। ਕਹਿਣ ਲੱਗੇ, ਪਾਤਸ਼ਾਹ ਜੀ, ਜਦੋਂ ਤਾਂ ਰਾਏ ਭੋਜ ਦੀ ਤਲਵੰਡੀ ਵਿਖੇ ਰਹਿੰਦੇ ਘਰ ਵਿੱਚ ਸੀ ਤੇ ਉਦੋਂ ਦਾ ਜ਼ਿੰਦਗੀ ਜੀਣ ਦਾ ਪਤਾ ਸੀ ਕਿ ਉਦੋਂ ਕੁਝ ਸਮਾਂ ਆਪਾਂ ਕੱਢ। ਹੁਣ ਤਾਂ ਇੰਝ ਲੱਗਦਾ ਏ ਕਿ ਪਾਤਸ਼ਾਹ ਜੰਗਲ ਬੀਆਬਾਨ ਇਲਾਕੇ ਵਿੱਚ ਬੈਠ ਜਾਂਦੇ ਆ, ਆਪ ਜੀ ਮੇਰੇ ਨਾਲ ਹੁੰਦੇ ਹੋ, ਸਹਾਇਤਾ ਕਰਦੇ ਹੋ। ਪਰ ਜੇ ਮੈਂ ਇਕੱਲਾ ਰਹਿ ਗਿਆ ਤੇ ਪਾਤਸ਼ਾਹ ਮੈਨੂੰ ਫਿਰ ਬੀਆਬਾਨ ਜੰਗ 'ਚ ਕੋਈ ਜਾਨਵਰ ਵੀ ਖਾ ਸਕਦਾ ਹੈ, ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ। ਭਾਈ ਬਾਲੇ ਜੀ ਨੂੰ ਪੁੱਛਿਆ, ਭਾਈ ਬਾਲਾ ਜੀ ਕਹਿਣ ਲੱਗੇ, ਪਾਤਸ਼ਾਹ ਸੂਰਜ ਚੜ੍ਹਿਆ ਹੈ, ਅਸਤ ਹੁੰਦਾ, ਦੇਖਣਾ ਕਿ ਨਹੀਂ ਦੇਖਣਾ ਇਹਦੇ ਬਾਬਤ ਪਤਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਭਾਈ ਇੰਨੀ ਦੂਰ ਤੁਸੀਂ ਮੌਤ ਨੂੰ ਜਾਣਦੇ ਹੋ? ਤੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਦੱਸੋ ਫਿਰ ਮੌਤ ਨੂੰ ਆਪ ਕਿੰਨਾ ਕੁ ਨੇੜੇ ਜਾਣਦੇ ਹੋ? ਸਤਿਗੁਰੂ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਕਿ ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣਾ। ਆਦਮੀ, ਦਮ ਆ ਗਿਆ ਆਦਮੀ, ਜੇ ਦਮ ਰੁਕ ਗਿਆ ਫਿਰ ਗੁਰੂ ਸਾਹਿਬ ਡੈਡ ਬੋਡੀ ਹੈ, ਫਿਰ ਖਤਮ ਹੈ ਜੀਵ, ਫਿਰ ਕਿਸੇ ਕੰਮ ਨਹੀਂ। ਫਿਰ ਉਸੇ ਜਿਸ ਪਰਿਵਾਰ ਵਿੱਚ, ਜਿਸ ਘਰ ਦੇ ਵਿੱਚ ਜੀਵ ਨੇ ਆਪਣੇ ਜ਼ਿੰਦਗੀ ਦੇ 40 ਸਾਲ 50 ਸਾਲ 60 ਸਾਲ 70 ਸਾਲ ਗੁਜ਼ਾਰਨ ਕੀਤੇ ਹੁੰਦੇ ਨੇ, ਉਹੀ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਕਹਿੰਦੇ ਨੇ ਕਿ ਭਾਈ ਛੇਤੀ ਛੇਤੀ ਸੰਸਕਾਰ ਕਰੋ, ਰਾਤ ਆ ਰਹੀ ਹੈ। ਕਿ ਰਾਤ ਕਰਨੀ ਬੜੀ ਔਖੀ ਹੈ, ਆਪਾਂ ਸੰਸਕਾਰ ਕਰੀਏ। ਤੇ ਉਸੇ ਘਰ ਵਿੱਚੋਂ ਫਿਰ ਬਾਹਰ ਕੱਢੇ। ਕਾਰਨ ਕੀ ਹੈ? ਜੋ ਤੱਕ ਦਮ ਚੱਲਦਾ ਏ, ਸਾਹ ਚੱਲ ਰਹੇ ਨੇ, ਉਦੋਂ ਤੱਕ ਸਹੀ ਸਲਾਮਤ ਹੈ। ਸਾਹ ਬੰਦ ਹੋ ਗਏ ਤੇ ਉਦੋਂ ਮਨੁੱਖ ਫਿਰ ਡੈਡ ਬੋਡੀ, ਕੁਝ ਵੀ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ। ਧਨਾਸਰੀ ਰਾਗ ਵਿੱਚ ਹੀ ਸਤਿਗੁਰ ਦਾ ਪਾਵਨ ਸ਼ਬਦ ਹੈ ਨਾ ਕਿ ਜੀਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ, ਅੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਜੀਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਜੀਵ ਇਸਤਰੀ ਦੇ ਰੂਪ ਵਿੱਚ ਜੀਉ ਜਿੰਦ ਆਤਮਾ ਡਰ ਰਹੀ ਹੈ ਤੇ ਕੈਸਿਉ ਕਰੀ ਪੁਕਾਰ ਕੇ ਉਸ ਕਾਲ ਦਾ ਡਰ ਹਰ ਇੱਕ ਮਨੁੱਖ ਨੂੰ ਹੈ, ਮੌਤ ਦਾ ਡਰ। ਹੇ ਪਰਮਾਤਮਾ, ਮੇਰੀ ਜਿੰਦ ਆਤਮਾ ਡਰ ਰਹੀ ਹੈ, ਮੈਂ ਕਿਹਦੇ ਕੋਲ ਜਾ ਕੇ ਪੁਕਾਰ ਕਰਨਾ ਕਰਾਂ, ਕਿਹਦੇ ਕੋਲ ਫਰਿਆਦ ਕਰਾਂ? ਤੇ ਸਤਿਗੁਰੂ ਉੱਤਰ ਦਿੰਦੇ ਨੇ, ਦੁਖ ਵਿਸਾਰਨ ਸੇਵੀਐ, ਸਦਾ ਸਦਾ ਦਾਤਾ। ਦੁੱਖਾਂ ਨੂੰ ਭੁਲਾਉਣ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਉਸ ਵਾਹਿਗੁਰੂ ਨੂੰ ਸੇਵਨਾ ਕਰ, ਵਾਹਿਗੁਰੂ ਨੂੰ ਚੇਤੇ ਕਰ, ਜਿਹੜਾ ਸਦੀਵੀ ਕਾਲ ਲਈ ਤੈਨੂੰ ਦਾਤਾਂ ਦੇਣ ਵਾਲਾ ਹੈ। ਕਹਿੰਦੇ ਕਦੋਂ ਕਦੋਂ ਸੇਵਨਾ ਏ, ਉਹ ਸਾਹਿਬ ਕਿਹੋ ਜਿਹਾ ਏ
ਕਹਿੰਦੇ ਸਾਹਿਬ ਮੇਰਾ ਨੀਤ ਨਵਾ। ਨਿਤਾਪਤੀ ਨਵੀਨ ਹੈ ਉਹ, ਉਹਦਾ ਇੱਕ ਰੂਪ ਨਹੀਂ ਹੈ, ਇੱਕ ਹੈ ਉਹ, ਪਰ ਹੈ ਉਹਦੇ ਅਨੇਕਾਂ ਰੂਪ ਨੇ ਵਾਸਤਵ ਵਿੱਚ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਜੋ ਸਦੀ ਵੀ ਇੱਕ ਵਾਰ ਨਹੀਂ, ਸੰਸਾਰੀ ਦਾਤੇ ਹੁੰਦੇ ਨੇ ਕਿ ਇੱਕ ਦਿਨ, 2 ਦਿਨ, ਮਹੀਨਾ, ਸਾਲ ਉਹ ਦਾਤਾਂ ਦੇ ਦੇਣਗੇ, ਫਿਰ ਹੌਲੀ ਹੌਲੀ ਸਾਥ ਛੱਡ ਦਿੰਦੇ ਨੇ। ਅਤੇ ਪਰਮਾਤਮਾ ਰੂਪੀ ਦਾਤਾ ਤਾਂ ਗੁਰੂ ਸਵਾਰੇ ਹਰ ਸਮੇਂ ਹਰ ਪਲ ਜੀਵਨ ਨਿੱਤਾ ਪ੍ਰਤੀ ਦਾਤਾ ਦਿੰਦਾ ਹੈ। ਅਤੇ ਐਸੇ ਦਾਤੇ ਨੂੰ ਕਦੋਂ ਕਦੋਂ ਸੇਵਣਾ ਹੈ, ਕਦੋਂ ਕਦੋਂ ਯਾਦ ਕਰਨਾ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਹੇ ਮੇਰੀ ਕਾਮਣੀ, ਹੇ ਮੇਰੀ ਬੁੱਧੀ ਰੂਪੀ ਇਸਤਰੀਏ, ਹੇ ਬੁੱਧੀ ਰੂਪੀ ਇਸਤਰੀਏ ਸੁਣਨਾ ਕਰ। ਅੰਦਿਨ ਦਿਨ ਰਾਤ ਉਸ ਸਾਹਿਬ ਮਾਲਕ ਨੂੰ ਸੇਵਨਾ ਕਰ, ਮਾਲਕ ਨੂੰ ਚੇਤੇ ਕਰ। ਜੇ ਮਾਲਕ ਨੂੰ ਚੇਤੇ ਕਰੇਗੀ ਨਾ, ਫਿਰ ਤੇਰਾ ਪਾਰ ਉਤਾਰਾ ਹੋ ਜਾਵੇਗਾ, ਭਾਵ ਤੂੰ ਸੰਸਾਰ ਸਮੁੰਦਰ ਤੋਂ ਤਰ ਜਾਵੇਗੀ। ਇਹੀ ਬਚਨ ਪਾਤਸ਼ਾਹ ਇੱਥੇ ਕਰਦੇ ਨੇ। ਕਹਿੰਦੇ ਨੇ ਭਾਈ ਜਿਨ੍ਹਾਂ ਨੇ ਨਿਤਾ ਪ੍ਰਤੀ ਨਾ ਮੇਰੇ ਮਨ ਨਾਮ ਨਿਤ ਨਿਤਲੇ। ਹੇ ਮੇਰੇ ਮਨਾ, ਨਿਤਾ ਪ੍ਰਤੀ ਬਾਰ ਬਾਰ ਤੂੰ ਪਰਮਾਤਮਾ ਦਾ ਨਾਮ ਲੈਣਾ ਕਰ, ਪਰਮਾਤਮਾ ਦਾ ਨਾਮ ਜਪਣਾ ਕਰ। ਜਿਹੜੇ ਨਾਮ ਜਪਦੇ ਨੇ ਫਿਰ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣਦੀ? ਕਹਿੰਦੇ ਜਲਤ ਨਾਹੀ ਅਗਨ ਸਾਗਰ ਸੁਖ ਮਨ ਤਨ ਦੇਹ। ਉਹ ਫਿਰ ਕਹਿੰਦੇ ਜਲਦੇ ਨਹੀਂ ਹਨ। ਕਾਹਦੇ ਵਿੱਚ? ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ। ਜਿਹੜਾ ਸਾਗਰ ਸਮੁੰਦਰ ਭਰਿਆ ਹੋਇਆ ਨਾ ਵਿਸ਼ੇ ਵਿਕਾਰਾਂ ਦੇ ਨਾਲ, ਇਹਦੇ ਵਿੱਚ ਕਹਿੰਦੇ ਫਿਰ ਉਹ ਜੀਵ ਇਸਤਰੀ ਸੜਦੀ ਨਹੀਂ ਹੈ, ਉਹ ਜੀਵ ਸੜਦੇ ਨਹੀਂ ਹਨ। ਉਹਨਾਂ ਦੇ ਅੰਦਰ ਸੂਖ ਮਨ ਤਨ ਦੇ ਨਾਮ ਜਪਣ ਕਰਕੇ, ਪਰਮਾਤਮਾ ਨੂੰ ਮਨ ਕਰਕੇ, ਤਨ ਕਰਕੇ ਜ਼ਿੰਦਗੀ ਦੇ ਸਾਰੇ ਸੁੱਖ ਦੇ ਦਿੰਦੇ ਨੇ। ਹੁਣ ਇਹ ਨਹੀਂ ਗੁਰੂ ਸੁੱਖ ਇਹ ਨਹੀਂ ਕਿ ਆਪਾਂ ਸੰਸਾਰ ਵਿੱਚ ਵਿਚਰਦੇ ਆਪਣਾ ਮਨਪਸੰਦ ਦਾ ਖਾਈਏ, ਮਨਪਸੰਦ ਦਾ ਹੰਢਾਈਏ। ਇਹ ਸੁੱਖ ਵੀ ਨੇ, ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਮਨੁੱਖ ਨੂੰ ਪ੍ਰਾਪਤ ਹੁੰਦੇ ਨੇ। ਪਰ ਇਹ ਸੁੱਖ ਇਹੋ ਜਿਹੇ ਨੇ, ਜੇ ਅੱਜ ਸਾਡੇ ਕੋਲ ਚੰਗਾ ਪਹਿਨਦੇ ਆ, ਚੰਗਾ ਖਾ ਰਹੇ ਆ, ਇਹ ਗੁਰੂ ਦੀ ਕਿਰਪਾ, ਪਰਮਾਤਮਾ ਦੀ ਬਖਸ਼ਿਸ਼ ਹੈ ਅਤੇ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ। ਪਰ ਇਹ ਸੁੱਖ ਥੋੜ੍ਹੇ ਸਮੇਂ ਦੇ ਨੇ। ਅੱਜ ਸੁੱਖ ਹੈ, ਮੰਨ ਲਓ ਤੈਨੂੰ ਜੇ ਤੂੰ ਚੰਗੇ 36 ਪ੍ਰਕਾਰ ਦੇ ਪਕਵਾਨ ਖਾ ਰਿਹਾ, ਤੇਰੀ ਸਿਹਤ ਖਰਾਬ ਹੋ ਗਈ, ਸਿਹਤ ਖਰਾਬ ਹੋ ਗਈ ਅਤੇ ਡਾਕਟਰ ਨੇ ਕਿਹਾ ਹੁਣ ਤੂੰ ਕੇਵਲ ਸੁੱਕਾ ਪ੍ਰਸ਼ਾਦਾ ਖਾਣਾ ਹੈ, ਬਿਨਾਂ ਤੜਕੇ ਤੋਂ ਸਬਜ਼ੀ ਖਾਣੀ ਹੈ, ਫਿਰ ਕਿਵੇਂ ਛਕੇਗਾ? ਭਾਵ ਸੁੱਖ ਸੀ, 36 ਪ੍ਰਕਾਰ ਦੇ ਪਕਵਾਨ ਛਕਦਾ ਸੀ, ਪਰ ਸਿਹਤ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਫਿਰ ਗੁਰੂ ਸਵਾਰੇ ਸੁੱਕੇ ਪ੍ਰਸ਼ਾਦੇ 'ਤੇ ਆ ਕੇ ਖਲੋ ਗਏ। ਟਾਈਮ ਪਾਸ ਜਿਹਨੂੰ ਆਪਾਂ ਕਹਿੰਦੇ ਨੇ। ਅਤੇ ਇਸ ਤਰ੍ਹਾਂ ਫਿਰ ਗੁਰੂ ਸਵਾਰੇ ਇਹ ਸੁੱਖ ਤਾਂ ਸਰੀਰਕ ਸੁੱਖ ਤਾਂ ਜਿਹੜੇ ਨੇ ਥੋੜ੍ਹੇ ਸਮੇਂ ਦੇ ਨੇ। ਇੱਥੇ ਸਤਿਗੁਰੂ ਮਾਨਸਿਕ ਸੁੱਖ ਦੀ ਗੱਲ ਕਰਦੇ ਨੇ। ਨਾਮ ਜਪਣ ਵਾਲਿਆਂ ਨੂੰ ਤਨ ਦੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਨੇ ਅਤੇ ਮਨ ਦੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਨੇ। ਕਿਉਂਕਿ ਗੁਰਬਾਣੀ ਵਿੱਚ ਰੋਜ਼ਾਨਾ ਆਪਾਂ ਪੜ੍ਹਦੇ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਉਹ ਸਹਿਤ ਰਸ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਜਿਹੜੇ ਗੁਰੂ ਸਵਾਰਿਓ ਇਸ ਤਰ੍ਹਾਂ ਉਹ ਸਤਿਗੁਰੂ ਸਾਹਿਬਾਂ ਦੀ ਬਾਣੀ ਨੂੰ ਸੁਣਦੇ ਨੇ, ਬਾਣੀ ਨੂੰ ਹਿਰਦੇ ਅੰਦਰ ਵਸਾਉਂਦੇ ਨੇ। ਉਹਨਾਂ ਉੱਤੇ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਉਹਨੂੰ ਸੂਖ ਮਨ ਤਨ ਦੇਹ, ਉਹਦੀ ਦੇਹੀ ਨੂੰ, ਮਨ ਨੂੰ, ਤਨ ਨੂੰ ਕਹਿੰਦੇ ਸੁੱਖ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ। ਰਹਾਉ ਬਿਰਖ ਛਾਇਆ ਜੈਸੇ ਬਿਨ ਸਤ, ਪਵਨ ਝੂਲਤ ਮੇਹ, ਹਰ ਭਗਤ ਦ੍ਰਿੜ ਮਿਲ ਸਾਧ ਨਾਨਕ, ਤੇਰੇ ਕਾਮ ਆਬਤ ਏਹ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ
कि बिरख छाया जैसे बिन संसार दे सुख, संसार दे जिहड़े ऐश प्रस्ती की जिहड़ी जिंदगी है, जिहड़ा जी विषय विकारां विच गलतान है, कहंदे उन्हां दे जिहड़े सुख ने ना, कहंदे इस तरह खत्म हो जाते ने। बिरख छाया, बिरख का अर्थ है दरख्त। जिवें दरख्त की ठंडी छां ना, वो छां कुछ समय लिए रहिंदी है। सूरज जदों सूरज दूजी दिशा वाल चले गया तो छां भी बदल जाती है। गुरु सवारे दरख्त थले बैठे हुई है तो बैठे बैठे धुप आ जाती है, जे छां थले बैठी हो तो धुप आ जाती है। भाव थोड़े समय की वो छां है। ते पवन झूलत में, इस तरह ही गुरु सवारियो हवा चलती है। बदल आकाश विच आए ने ते बदलों की छां भी थोड़े समय की है। अज बदल ने ना, ते बदल गुरु सवारे हवा चल पई, हवा चलना बदल उड जाते हैं। आपां देखते हैं कई बारी काली घटा चढ़ के आउंदी है, काली घटा चढ़ के आउंदी ते गुरु सवारिओ उधरों हवा चलती है, तो हवा चलना सारा बदल उड के चलिया जाता। ते सतगुरु कहते जिहड़े दुनिया दे दुनियावी सुख ने ना, दुनिया दियां सुख सहूलतां संसार विच विचरदियां होइयां तैनूं प्राप्त नसीब होईयां ने। कहते जेकर तू इन्हां विच खचत हो गया, बिल्कुल करते नूं विसारता, गुरु नूं भुला दिता, फिर तो तेरे लिए बदल की छां दी न्याई हैं, दरख्त की छां दी न्याई नहीं है। पर जे तू कहते इन्हों प्राप्त करके तैनूं सुख मिल रहे ने, जिंदगी के सुख मान रहे आ, ते नाल तू करते दा धन्नवाद करदा कि मालक जी, गुरु जी तुहाडा धन्नवाद है, तुसीं मैनूं ये इन्ने सुख देना कीते ने, मैं जिंदगी दे आनंद भोग रहा, तुहाडी किरपा ना भोग रहा। जे तुहाडी बख्शिश है, तुहाडा हत्थ है ना सिर उत्ते, फिर मालक जी मैं भोग रहा। फिर तो गुरु सर ये सुख जिहड़े ने इस तरह उहदे जीव उत्ते बने रहंदे हैं। पर जदों करते नूं जीव विसार दिंदा ना, उदों फिर जीव धक्के खांदा है, ठोकरां खाणियां पैंदियां। उदों जीव फिर पश्चाताप करदा कि मेरे तो किहड़ा गुनाह होया, किहड़ा मैं कारण की मैं गुनाह जिस करके मेरा कारोबार ठप्प हो गया, मेरे पासों आ हो गया। ये फिर जीव उदों सोचदा, पर उदों समा लंघ चुका होंदा है। तो सतगुरु कहते इस तरह दुनिया के सुख ने। कहते भाई हर भगत दृढ़ मिल साध नानक, नानक गुरु जी उचार करते हैं। कहते भाई हर भगत, हरि परमात्मा की भगती नूं दृढ़ कर। किवें करनी है? मिल साध, जिहड़े गुरु रूपी साधु गुरु साहिबान की संगत करके, कहते गुरमुखां की संगत करके, कहते तू हरि परमात्मा की भजन बंदगी कर, तेरा काम आवत ये अंत वेले तेरे यही काम आने वाली है, और कुछ भी नहीं काम आने वाला। क्योंकि अंत वेले परमात्मा का नाम ही जीव की सहायता करने वाला है। जह मात पिता सुत मीत न भाई, मन ऊहा नाम तेरा संग सहाय। ते परमात्मा का नाम तेरी पर उत्थे सहायता करने वाला है। तो ये गुरु सवारे सतगुरु जी ने साडे उत्ते बख्शिश की है। आपां नाम जपीए, बाणी नूं पढ़ीए, बाणी नूं विचारीए, खंडे बाटे का अमृत छकीए, सावध सूरत होई।